ਕਹਿੰਦੇ ਨੇ ਗੁਰੂ ਚਰਨਾਂ ਦੇ ਵਿੱਚ ਜੇਕਰ ਸ਼ਰਧਾ ਤੇ ਭਾਵਨਾ ਦੇ ਨਾਲ ਅਰਦਾਸ ਬੇਨਤੀ ਕੀਤੀ ਜਾਵੇ ਤਾਂ ਅਰਦਾਸ ਕਦੇ ਵੀ ਬਿਰਥੀ ਨਹੀਂ ਜਾਂਦੀ। ਮੰਨਿਆ ਇਹ ਜਾਂਦਾ ਹੈ ਕਿ ਇਸ ਪਿੱਪਲ ਦੇ ਚਰਨ ਧੂੜ ਜਿਹੜੀ ਹੈ ਉਹ ਜਿਹੜੀ ਮਿੱਟੀ ਹੈ ਜਦੋਂ ਸੰਗਤ ਆਪਣੇ ਸਰੀਰ ਦੇ ਉੱਤੇ ਮਲਦੀ ਹੈ ਤਾਂ ਉਸ ਦੇ ਸਰੀਰ ਦੇ ਦੁੱਖ ਕਲੇਸ਼ ਭਾਵ ਕਿ ਉਸ ਦੇ ਦਰਦਾਂ ਤੋਂ ਉਸ ਨੂੰ ਮੁਕਤੀ ਮਿਲਦੀ ਹੈ। ਇੱਥੇ ਹਰ ਸ਼ਨੀਵਾਰ ਸੰਗਤਾਂ ਸਵੇਰ ਤੋਂ ਲੈ ਕੇ ਐਤਵਾਰ ਸਵੇਰ ਤੱਕ ਇੱਥੇ ਆਉਂਦੀਆਂ ਹਨ, ਗੁਰੂ ਘਰ ਦੀਆਂ ਹਾਜ਼ਰੀਆਂ ਭਰਦੀਆਂ ਹਨ ਅਤੇ ਆਪਣੇ ਦੁੱਖਾਂ ਕਲੇਸ਼ਾਂ ਤੋਂ ਛੁਟਕਾਰਾ ਪਾਉਂਦੇ ਹਨ। ਇਹ ਗੁਰੂ ਅਰਜਨ ਦੇਵ ਜੀ ਦੀ ਚਰਨ ਧੂੜੀ ਹੈ। ਇਸ ਤਰੀਕੇ ਦੇ ਨਾਲ ਅਸੀਂ ਇਸ ਨੇ ਸ਼ਰਧਾ ਬਣਾ ਕੇ ਅਸੀਂ ਇਸ ਨੂੰ ਮਲਣਾ ਹੈ। ਇੱਥੇ ਵੀ ਇਸ ਸਥਾਨ ਤੇ ਵੀ ਮਲ ਸਕਦੇ ਹੋ ਅਤੇ ਘਰ ਵੀ ਲਿਜਾ ਸਕਦੇ ਹੋ। ਅਸੀਂ ਬਚਪਨ ਤੋਂ ਇਸ ਸਥਾਨ ਦੇ ਨਾਲ ਜੁੜੇ ਹਾਂ। ਅਸੀਂ ਅੱਖੀਂ ਸਭ ਕੁਝ ਦੇਖਿਆ ਹੈ ਕਿ ਜੋ ਇਨਸਾਨ ਚੱਲ ਕੇ ਨਹੀਂ ਆ ਸਕਦਾ ਆਪਣੇ ਆਪ ਉਹਨਾਂ ਨੂੰ ਉਠਾ ਕੇ ਲਿਆਉਣਾ ਪੈਂਦਾ ਹੈ। ਸਤਿਗੁਰੂ ਜੀ ਦੀ ਕਿਰਪਾ ਨਾਲ ਦੂਜੀ ਜਾਂ ਤੀਜੀ ਚੌਂਕੀ ਉਹ ਆਪ ਅਰੋਗ ਹੋ ਕੇ ਇੱਥੋਂ ਜਾਂਦੇ ਹਨ। ਮੇਰੀਆਂ ਲੱਤਾਂ ਖੜ ਗਈਆਂ ਸੀ ਤਾਂ ਮੈਨੂੰ ਇੱਥੇ ਚੁੱਕ ਕੇ ਲੈ ਕੇ ਆਈ ਮੋਟਰਸਾਈਕਲ 'ਤੇ। ਤਾਂ ਮੈਂ ਜਦੋਂ ਇੱਥੇ ਮੱਥਾ ਟੇਕਿਆ ਤਾਂ ਮੈਂ ਰਾਖ ਮਲੀ, ਘਰ ਵੀ ਰਾਖ ਲੈ ਗਏ, ਘਰ ਜਾ ਕੇ ਮਲੀ ਤਾਂ ਮੈਂ ਠੀਕ ਹੋ ਗਿਆ। ਦਵਾਈ ਦਵਾਰ ਜਿਹੜੀ ਆ ਉਹ ਵੀ ਚੱਲੀ ਨਾ? ਨਹੀਂ ਸਰ ਜੀ, ਮੈਂ ਕੋਈ ਦਵਾਈ ਨਹੀਂ ਖਾਧੀ, ਸਿਰਫ ਇੱਥੇ ਆਇਆ ਸੀਗਾ, ਇੱਥੇ ਠੀਕ ਹੋਇਆ। ਅਸੀਂ ਨਾ ਇਹ ਸਾਡੀਆਂ ਨਾਲ ਹੀ ਲੱਤਾਂ 'ਚ ਦਰਦਾਂ ਪੈਣ ਲੱਗ ਪਈਆਂ, ਨਾਲ ਹੀ ਸਾਡੇ ਗਿੱਟੇ ਸੁੱਜਣ ਲੱਗ ਪਏ। ਜਦੋਂ ਇੱਥੇ ਮੱਥਾ ਟੇਕ ਚੱਲ ਜੀਦਾ, ਰਾਖ ਮਾਰ ਕੇ ਚੱਲ ਜੀਦਾ, ਮਹਾਰਾਜ ਦੀ ਕਿਰਪਾ, ਬਾਬੇ ਦੀ ਕਿਰਪਾ ਜੀ, ਉਸ ਵੇਲੇ ਠੀਕ ਹੋ। ਮੇਰੀ ਲੱਤ 'ਚ ਦਰਦ ਹੋਣ ਲੱਗ ਪਈ ਸੀਗੀ ਤੇ ਮੈਂ ਸਕੈਨ ਵੀ ਕਰਾਈ ਪਰ ਮੈਨੂੰ ਨਹੀਂ ਆਰਾਮ ਆਇਆ। ਹਾਰਟ ਦੀ ਵੀ ਕਰਾਈ, ਇਹ ਵੀ ਕਰਾਈ, ਨਹੀਂ ਆਰਾਮ ਆਇਆ। ਫਿਰ ਮੈਂ ਕਹਿਤਾ, ਮੈਂ ਕਿਹਾ ਬਾਬਾ ਜੀ ਮੈਂ ਤੇਰੇ ਚੌਂਕੀਆਂ ਭਰੀਆਂ, ਮੈਂ 7 ਚੌਂਕੀਆਂ ਭਰੀਆਂ, ਮੈਨੂੰ ਇੱਥੇ ਆਰਾਮ ਆ ਗਿਆ। ਮੈਂ ਰਾਤ ਦੀ ਚੌਂਕੀ ਇੱਥੇ ਭਰਦੀ ਰਹੀ, 7 ਚੌਂਕੀਆਂ ਭਰੀਆਂ, ਬਾਬਾ ਜੀ ਨੇ ਮੈਨੂੰ ਆਰਾਮ ਦਿੱਤਾ। ਸਿੱਖ ਇਤਿਹਾਸ ਦੇ ਵਿੱਚ ਨਾ ਤਾਂ ਗੁਰੂਆਂ ਸਾਹਿਬਾਂ ਨੇ ਚਮਤਕਾਰ ਦਿਖਾਉਣ ਦਾ ਕੋਈ ਯਤਨ ਕੀਤਾ, ਨਾ ਦਿਖਾਏ, ਨਾ ਆਪਾਂ ਇੱਦਾਂ ਕੋਈ ਪੜ੍ਹਦੇ ਆ ਤਾਂ ਲੋਕਾਂ ਦੇ ਮਨਾਂ ਦੇ ਵਿੱਚ, ਸੰਗਤ ਦੇ ਮਨਾਂ ਦੇ ਵਿੱਚ ਇੱਦਾਂ ਦਾ ਖਿਆਲ ਤਾਂ ਨਹੀਂ ਆਉਂਦਾ ਕਦੇ ਵੀ ਇੱਥੇ ਕੋਈ ਚਮਤਕਾਰ ਦਿਖਾਇਆ ਜਾ ਰਿਹਾ ਜਾਂ ਲੋਕਾਂ ਨੂੰ ਵਹਿਮ ਦੇ ਵਿੱਚ ਪਾਇਆ ਜਾ ਰਿਹਾ। ਅੱਠੇ ਪਹਿਰ ਹੀ ਗੁਰਬਾਣੀ ਦਾ ਪ੍ਰਵਾਹ ਚੱਲਦਾ ਹੈ ਤੇ ਸੰਗਤ ਨੂੰ ਆਪਣੇ ਆਪ ਹੀ ਇਹ ਮਹਿਸੂਸ ਹੋ ਜਾਂਦਾ ਹੈ ਕਿ ਇੱਥੇ ਇਹ ਗੁਰਬਾਣੀ ਦੀ ਕਲਾ ਹੈ। ਕੋਈ ਵਹਿਮ ਭਰਮ ਜਾਂ ਕੋਈ ਇਸ ਤਰ੍ਹਾਂ ਦੀ ਗੁਰਮਤ ਦੇ ਉਲਟ ਕੋਈ ਵੀ ਰੀਤ ਨਹੀਂ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਮਦਰਦ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸੁਖਵਿੰਦਰ ਸਿੰਘ। ਕਹਿੰਦੇ ਨੇ ਗੁਰੂ ਚਰਨਾਂ ਦੇ ਵਿੱਚ ਜੇਕਰ ਸ਼ਰਧਾ ਤੇ ਭਾਵਨਾ ਦੇ ਨਾਲ ਅਰਦਾਸ ਬੇਨਤੀ ਕੀਤੀ ਜਾਵੇ ਤਾਂ ਅਰਦਾਸ ਕਦੇ ਵੀ ਬਿਰਥੀ ਨਹੀਂ ਜਾਂਦੀ। ਉਸ ਅਰਦਾਸ ਦੇ ਵਿੱਚ ਨਾ ਸਿਰਫ ਜਹਾਨ ਦੀਆਂ ਖੁਸ਼ੀਆਂ ਮਿਲਦੀਆਂ ਨੇ, ਸੱਚੇ ਪਿਤਾ ਵਾਹਿਗੁਰੂ ਤੁਹਾਨੂੰ ਦੁੱਖਾਂ ਕਲੇਸ਼ਾਂ ਤੋਂ ਵੀ ਜਿਹੜੇ ਹੈ ਉਹ ਮੁਕਤੀ ਦਿਵਾਉਂਦੇ ਨੇ। ਬਸ਼ਰਤੇ ਅੱਜ ਜਿਹੜੀ ਪੇਸ਼ਕਸ਼ ਤੁਹਾਡੇ ਸਾਹਮਣੇ ਅਸੀਂ ਕਰਨ ਜਾ ਰਹੇ ਹਾਂ ਉਸ ਦੇ ਵਿੱਚ ਅਸੀਂ ਕਿਸੇ ਵੀ ਵਹਿਮ ਭਰਮ ਨੂੰ ਫੈਲਾਉਣ ਦਾ ਯਤਨ ਨਹੀਂ ਕਰਾਂਗੇ। ਉਸ ਸਥਾਨ ਦੇ ਦਰਸ਼ਨ ਕਰਵਾਉਣਾ ਸਾਡਾ ਇਸ ਕਰਕੇ ਮਕਸਦ ਹੈ ਕਿਉਂਕਿ ਉੱਥੇ ਬਹੁਤ ਸਾਰੀ ਸੰਗਤ ਦੀ ਸ਼ਰਧਾ ਜੁੜੀ ਹੋਈ ਹੈ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਨਾਲ ਜੁੜਿਆ ਉਹ ਸਥਾਨ ਜਲੰਧਰ ਦੇ ਨਕੋਦਰ ਦੇ ਪਿੰਡ ਮਾਲੜੀ ਸਾਹਿਬ ਦੇ ਵਿੱਚ ਸੁਸ਼ੋਭਿਤ ਇਹ ਗੁਰਦੁਆਰਾ ਸਾਹਿਬ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਔਰ ਇੱਕ ਵੱਡੇ ਪਿੱਪਲ ਦੇ ਦਰਖਤ ਦੇ ਦਰਸ਼ਨ ਕਰ ਰਹੇ ਹੋ ਜਿਹਦੇ ਆਲੇ ਦੁਆਲੇ ਬਹੁਤ ਸਾਰੀ ਸੰਗਤ ਬੈਠੀ ਹੋਈ ਹੈ। ਮਾਨਤਾ ਹੈ, ਮੰਨਿਆ ਇਹ ਜਾਂਦਾ ਹੈ ਕਿ ਇਸ ਪਿੱਪਲ ਦੇ ਚਰਨ ਧੂੜ ਜਿਹੜੀ ਹੈ ਉਹ ਜਿਹੜੀ ਮਿੱਟੀ ਹੈ ਜਦੋਂ ਸੰਗਤ ਆਪਣੇ ਸਰੀਰ ਦੇ ਉੱਤੇ ਮਲਦੀ ਹੈ ਤਾਂ ਉਸ ਦੇ ਸਰੀਰ ਦੇ ਦੁੱਖ ਕਲੇਸ਼ ਭਾਵ ਕਿ ਉਸ ਦੇ ਦਰਦਾਂ ਤੋਂ ਉਸ ਨੂੰ ਮੁਕਤੀ ਮਿਲਦੀ ਹੈ। ਇਸ ਸਥਾਨ ਦੇ ਇਤਿਹਾਸ ਦੇ ਬਾਰੇ ਜਾਣਕਾਰੀ ਲਵਾਂਗੇ, ਸੰਗਤ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਕਿਸ ਤਰੀਕੇ ਦੀ ਆਸਥਾ ਹੈ। ਸਾਡੇ ਨਾਲ ਗੁਰਦੁਆਰਾ ਸਾਹਿਬ ਤੋਂ ਹੈੱਡ ਗ੍ਰੰਥੀ ਵੀ ਮੌਜੂਦ ਨੇ। ਬਾਬਾ ਜੀ ਪਹਿਲਾਂ ਸਭ ਤੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਭ ਤੋਂ ਪਹਿਲਾਂ ਚਾਹੂੰਗਾ ਥੋੜੀ ਜਿਹੀ ਆਪਣੇ ਬਾਰੇ ਜਾਣਕਾਰੀ ਦੱਸ ਦਿਓ, ਤੁਹਾਡੀ ਕੀ ਸੇਵਾ ਇੱਥੇ ਔਰ ਉਸ ਤੋਂ ਬਾਅਦ ਅਸਥਾਨ ਦੇ ਬਾਰੇ ਦੱਸ ਦਿਓ ਕਿਸ ਤਰੀਕੇ ਦਾ ਜਿਹੜਾ ਇਤਿਹਾਸ ਹੈ ਇਸ ਗੁਰਦੁਆਰਾ ਸਾਹਿਬ ਦਾ। ਮੈਂ ਹੈੱਡ ਗ੍ਰੰਥੀ ਸਰਦਾਰ ਅਮਰਜੀਤ ਸਿੰਘ, ਧਰਨ ਗਗਨ ਨਵਖੰਡ ਮੈਂ ਜੋ ਸਵਰੂਪੇ ਰਹਿਓ ਭਰ, ਭਨ ਮਥੁਰਾ ਕਿਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਧਰ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਮੌਤ ਸਾਹਿਬ ਨੂੰ ਵਿਆਹੁਣ ਜਾਂਦੇ ਸਮੇਂ ਇਸ ਧਰਤੀ ਨੂੰ ਭਾਗ ਲਾਏ। ਇਸ ਸਥਾਨ ਤੇ ਧੰਨ ਧੰਨ ਬਾਬਾ ਮੱਲ ਜੀ ਜੋ ਮੁਸਲਮਾਨ ਜਾਤੀ ਨਾਲ ਸੰਬੰਧਿਤ ਰੱਖਦੇ ਸਨ, ਗੁਰੂ ਸਾਹਿਬ ਦੇ ਦਰਸ਼ਨਾਂ ਵਾਸਤੇ ਉਹਨਾਂ ਦੇ ਦਿਲ ਵਿੱਚ ਤਾਂਘ ਸੀ। ਉਹਨਾਂ ਦੀ ਦਰਸ਼ਨ ਭਗਤੀ ਨੂੰ ਦੇਖਦੇ ਹੋਏ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਇਸ ਸਥਾਨ ਤੇ ਉਹਨਾਂ ਨੂੰ ਦਰਸ਼ਨ ਦੇਣ ਆਏ।
ਉਹਨਾਂ ਨੇ ਆਪਣੇ ਹੱਥੀਂ ਤਿਆਰ ਕੀਤਾ ਹੋਇਆ ਜੋੜਾ ਗੁਰੂ ਸਾਹਿਬ ਨੂੰ ਪਹਿਨਾਇਆ ਅਤੇ ਗੁਰੂ ਸਾਹਿਬ ਖੁਸ਼ ਹੋ ਕੇ ਧੰਨ ਧੰਨ ਬਾਬਾ ਮਲ ਸਾਹਿਬ ਦੇ ਜੋ ਉਹਨਾਂ ਨੂੰ ਵਰ ਵਾਸਤੇ ਕਿਹਾ ਕਿ ਬਾਬਾ ਮਲ ਜੀ ਮੰਗੋ ਜੋ ਮੰਗਣਾ। ਉਹਨਾਂ ਨੇ ਕਿਹਾ ਕਿ ਮੇਰੇ ਸਰੀਰ ਵਿੱਚ ਦਰਦਾਂ ਰਹਿੰਦੀਆਂ ਹਨ, ਤਾਂ ਉਹਨਾਂ ਨੇ ਇਹ ਵਰ ਦਿੱਤਾ ਕਿ ਤੁਹਾਡੇ ਸਰੀਰ ਦੀਆਂ ਦਰਦਾਂ ਤਾਂ ਦੂਰ ਹੋਣਗੀਆਂ ਹੀ, ਜੋ ਇਸ ਅਸਥਾਨ ਤੇ ਸ਼ਰਧਾ ਪੂਰਵਕ ਨਤਮਸਤਕ ਹੋਵੇਗਾ ਉਸ ਦੀਆਂ ਦਰਦਾਂ ਵੀ ਦੂਰ ਹੋਣਗੀਆਂ। ਸੋ ਅੱਜ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ੁਭ ਬਚਨ ਸੰਪੂਰਨ ਹੋ ਰਹੇ ਹਨ। ਇੱਥੇ ਹਰ ਸ਼ਨੀਵਾਰ ਸੰਗਤਾਂ ਸਵੇਰ ਤੋਂ ਲੈ ਕੇ ਐਤਵਾਰ ਸਵੇਰ ਤੱਕ ਇੱਥੇ ਆਉਂਦੀਆਂ ਹਨ, ਗੁਰੂ ਘਰ ਦੀਆਂ ਹਾਜ਼ਰੀਆਂ ਭਰਦੀਆਂ ਹਨ ਅਤੇ ਆਪਣੇ ਦੁੱਖਾਂ ਕਲੇਸ਼ਾਂ ਤੋਂ ਛੁਟਕਾਰਾ ਪਾਉਂਦੇ ਹਨ। ਇੱਥੇ ਜੋ ਦੁੱਖਾਂ ਦੀ ਨਿਵਰਤੀ ਵਾਸਤੇ ਜੋ ਇੱਥੇ 7 ਚੌਂਕੀਆਂ ਭਰਨੀਆਂ ਪੈਂਦੀਆਂ ਹਨ, ਉਹ ਚੌਂਕੀਆਂ ਦੇ ਨਿਯਮ ਹਨ। ਤਾਂ ਪਹਿਲੀ ਚੌਂਕੀ ਜੋ ਹੈ ਉਹ ਇੱਥੇ ਆਉਣਾ ਪੈਂਦਾ ਹੈ, ਰਾਤ ਰਹਿਣੀ ਪੈਂਦੀ ਹੈ ਅਤੇ ਜੋ ਦੂਰੋਂ ਆ ਰਿਹਾ ਹੈ ਜਾਂ ਕੋਈ ਬਹੁਤ ਮਰੀਜ਼ ਨਹੀਂ ਆ ਸਕਦਾ ਉਹਨਾਂ ਵਾਸਤੇ ਇਤਨੀ ਕੁ ਛੋਟ ਹੈ ਕਿ ਉਹ 5 ਚੌਂਕੀਆਂ ਘਰ ਭਰ ਕੇ 7ਵੀਂ ਚੌਂਕੀ ਫਿਰ ਇਸ ਸਥਾਨ ਤੇ ਆਵੇ। ਤੋ ਇਸ ਦੌਰਾਨ ਉਹਨਾਂ ਨੂੰ ਸਤਿਗੁਰੂ ਜੀ ਕਿਰਪਾ ਕਰ ਰਹੇ ਹਨ, ਸਾਰੇ ਦੁੱਖਾਂ ਦੇ ਜੋ ਕਲੇਸ਼ਾਂ ਦਾ ਨਾਸ਼ ਹੋ ਜਾਂਦਾ ਹੈ। ਇਹ ਜੋ ਆਪ ਤੁਸੀਂ ਦੇਖ ਰਹੇ ਹੋ, ਜੋ ਇਹ ਗੁਰੂ ਅਰਜਨ ਸਾਹਿਬ ਜੀ ਦੀ ਚਰਨ ਧੂੜੀ ਹੈ, ਇਹਨਾਂ ਨੂੰ ਮਲਣ ਤੇ ਇਹ ਆਰਾਮ ਆਉਂਦਾ ਹੈ, ਲੂਣ ਦਾ ਪ੍ਰਸ਼ਾਦ ਮਿਲਦਾ ਹੈ। ਇੱਥੇ 8 ਪਹਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਹੁੰਦੇ ਹਨ ਅਤੇ ਸ੍ਰੀ ਅਖੰਡ ਪਾਠ ਸਾਹਿਬ ਚੱਲਦੇ ਰਹਿੰਦੇ ਹਨ। ਗੁਰੂ ਕਾ ਲੰਗਰ 24 ਘੰਟੇ ਟੁੱਟ ਚੱਲਦਾ ਰਹਿੰਦਾ ਹੈ। ਉਹ ਇੱਥੇ ਦਾ ਸੰਖੇਪ ਇਤਿਹਾਸ ਹੈ ਤੇ ਚੌਂਕੀਆਂ ਭਰਨ ਦੇ ਨਿਯਮ ਹਨ। ਚੌਂਕੀਆਂ ਭਰਨ ਦੌਰਾਨ ਜਿਸ ਇਨਸਾਨ ਨੇ ਘਰ ਵੀ ਰਹਿਣਾ ਉਸਨੇ ਵੀ ਇਹ ਸੋਚਣਾ ਹੈ ਕਿ ਮੈਂ ਗੁਰ ਸਥਾਨ ਤੇ ਬੈਠਾ ਹਾਂ, ਮੰਜੇ ਪੀੜੀ ਤੇ ਨਹੀਂ ਬੈਠਣਾ ਅਤੇ ਉਸ ਦਿਨਾਂ ਵਿੱਚ ਕਿਸੇ ਦਵਾਈ ਦਾ ਸੇਵਨ ਨਹੀਂ ਕਰਨਾ, ਮੰਜੇ ਪੀੜੀ ਤੇ ਨਾ ਬੈਠ ਕੇ। ਇਸ ਦਾ ਮਤਲਬ ਇਹ ਹੈ ਕਿ ਅਸੀਂ ਗੁਰਦੁਆਰਾ ਸਾਹਿਬ ਵਿੱਚ ਹੀ ਬੈਠੇ ਹਾਂ ਅਤੇ ਘਰਾਂ ਦੇ ਕੰਮਾਂ ਕਾਰਾਂ ਵਿੱਚ ਖਚਤ ਨਾ ਹੋ ਕੇ ਗੁਰੂ ਸਾਹਿਬ ਦਾ ਸਿਮਰਨ ਕਰਨਾ ਹੈ। ਇਸ ਤਰੀਕੇ ਦੇ ਨਾਲ ਆਪਾਂ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਬਾਬਾ ਜੀ ਤੁਸੀਂ ਦੱਸਿਆ ਵੀ ਇਹ ਬਾਬਾ ਮਲ ਜੀ ਦਾ ਸਥਾਨ ਹੈ, ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਵੱਲੋਂ ਵਰ ਮਿਲਿਆ ਸੀਗਾ ਇੱਥੇ ਮਾਨਤਾ ਸੰਗਤ ਦੀ ਵੀ ਇਹੀ ਜਿਹੜੀ ਹੈ ਉਹ ਚਰਨ ਧੂੜ ਹੈ ਜਿਹਨੂੰ ਮਲਦੇ ਨੇ, ਸਰੀਰ ਦੇ ਉੱਤੇ ਮਲਣਾ ਪੈਂਦਾ, ਕਿਵੇਂ ਕਿਸ ਤਰੀਕੇ ਨਾਲ ਇਸਤੇਮਾਲ ਕਰਦੀ ਸੰਗਤ? ਜੀ ਹਾਂ, ਇਹ ਜੋ ਹੈ ਇਸ ਨੂੰ ਇਤਨੀ ਸ਼ਰਧਾ ਬਣਾਉਣੀ ਹੈ ਕਿ ਇਹ ਗੁਰੂ ਅਰਜਨ ਦੇਵ ਜੀ ਦੀ ਚਰਨ ਧੂੜੀ ਹੈ। ਇਸ ਤਰੀਕੇ ਦੇ ਨਾਲ ਅਸੀਂ ਇਸ ਨੇ ਸ਼ਰਧਾ ਬਣਾ ਕੇ ਅਸੀਂ ਇਸ ਨੂੰ ਮਲਣਾ ਹੈ। ਇੱਥੇ ਵੀ ਇਸ ਸਥਾਨ ਤੇ ਵੀ ਮਲ ਸਕਦੇ ਹੋ ਅਤੇ ਘਰ ਵੀ ਲਿਜਾ ਸਕਦੇ ਹੋ, 2 ਵਾਰ 3 ਵਾਰ ਮਲ ਸਕਦੇ ਹਾਂ। ਧੰਨ ਗੁਰੂ ਅਰਜਨ ਦੇਵ ਜੀ, ਧੰਨ ਬਾਬਾ ਮਲ ਜੀ ਦਾ ਜਾਪ ਕਰਦੇ ਹੋਏ ਇਸ ਦਾ ਸੇਵਨ ਕਰਨਾ ਹੈ। ਜੋ ਥੱਲੇ ਗਿਰ ਜਾਂਦੀ ਹੈ ਉਸ ਨੂੰ ਕੂੜੇ ਕਰਕਟ ਵਿੱਚ ਨਹੀਂ ਸਿੱਟਣਾ, ਉਸ ਨੂੰ ਚਲਦੇ ਪਾਣੀ 'ਚ ਜਾਂ ਪੌਦਿਆਂ ਨੂੰ ਪਾਉਣਾ ਹੈ ਤਾਂ ਕਿ ਉਸ ਦਾ ਸਤਿਕਾਰ ਬਰਕਰਾਰ ਰਹੇ। ਜਿਸ ਤਰੀਕੇ ਨਾਲ ਬਾਬਾ ਜੀ ਮਾਨਤਾ ਹੈ, ਸੰਗਤ ਵੀ ਇੱਥੋਂ ਦੂਰੋਂ ਦਰੇਡੇ ਤੋਂ ਆਉਂਦੀ ਹੋਊਗੀ, ਵਿਦੇਸ਼ਾਂ ਤੋਂ ਵੀ ਸੰਗਤ ਇੱਥੇ ਆਉਂਦੀ ਹੈ? ਜੀ ਹਾਂ, ਬਹੁਤ ਦੂਰੋਂ ਦਰੇਡਿਓਂ ਆਉਂਦੀਆਂ ਹਨ। ਇਹ ਅਸੀਂ ਬਚਪਨ ਤੋਂ ਇਸ ਅਸਥਾਨ ਦੇ ਨਾਲ ਜੁੜੇ ਹਾਂ। ਅਸੀਂ ਅੱਖੀਂ ਸਭ ਕੁਝ ਦੇਖਿਆ ਹੈ ਕਿ ਜੋ ਇਨਸਾਨ ਚੱਲ ਕੇ ਨਹੀਂ ਆ ਸਕਦਾ ਆਪਣੇ ਆਪ ਉਹਨਾਂ ਨੂੰ ਉਠਾ ਕੇ ਲਿਆਉਣਾ ਪੈਂਦਾ ਹੈ। ਸਤਿਗੁਰੂ ਜੀ ਦੀ ਕਿਰਪਾ ਨਾਲ ਦੂਜੀ ਜਾਂ ਤੀਜੀ ਚੌਂਕੀ ਉਹ ਆਪ ਅਰੋਗ ਹੋ ਕੇ ਇੱਥੋਂ ਜਾਂਦੇ ਹਨ। ਗੱਲ ਤਾਂ ਸ਼ਰਧਾ ਦੀ ਹੈ ਕਿ ਇਸ ਗੱਲ 'ਤੇ ਸ਼ਰਧਾ ਰੱਖਣੀ ਹੈ, ਹੋਰ ਕਿਸੇ ਤੇ ਸ਼ਰਧਾ ਨਹੀਂ ਰੱਖਣੀ। ਸ਼ਰਧਾ ਪੂਰਵਕ ਆ ਕੇ ਹਾਜ਼ਰੀ ਭਰਨੀ ਹੈ ਤਾਂ ਸਤਿਗੁਰੂ ਜੀ ਕਿਰਪਾ ਕਰਦੇ ਹਨ। ਬਾਬਾ ਜੀ ਜਿਵੇਂ ਆਪਾਂ ਇੱਕ ਆਸਥਾ ਦਾ ਇਹ ਕੇਂਦਰ ਹੈ, ਆਸਥਾ ਦਾ ਧੁਰਾ ਹੈ, ਇੱਥੇ ਸੰਗਤ ਆਉਂਦੀ ਹੈ ਔਰ ਸੰਗਤ ਨੂੰ ਆਰਾਮ ਵੀ ਮਿਲਦਾ। ਬਹੁਤ ਸਾਰੀ ਸੰਗਤ ਇਸ ਤਰੀਕੇ ਦਾ ਦਾਅਵਾ ਵੀ ਕਰਦੀ ਹੈ। ਹਾਲਾਂਕਿ ਆਪਾਂ ਸਾਇੰਸ ਨੂੰ ਕਦੇ ਵੀ ਚੈਲੰਜ ਨਹੀਂ ਕਰਦੇ, ਦਵਾਈ ਤੋਂ ਕਦੀ ਕਿਸੇ ਨੂੰ ਮਨਾ ਨਹੀਂ ਕਰਦੇ ਵੀ ਤੁਸੀਂ ਮੈਡੀਕਲੀ ਜਿਹੜੀ ਹੈ ਉਹਦਾ ਟ੍ਰੀਟਮੈਂਟ ਨਾ ਕਰਵਾਓ। ਤਾਂ ਜਦੋਂ ਇੱਥੇ ਸੰਗਤ ਆਉਂਦੀ ਹੈ, ਜਿੰਨੀ ਦੇਰ ਤੁਸੀਂ ਚੌਂਕੀਆਂ ਦੀ ਗੱਲ ਕੀਤੀ ਹੈ, ਜਿੰਨੀ ਦੇਰ ਇੱਥੇ ਨਤਮਸਤਕ ਹੋਣ ਦੇ ਲਈ ਸੰਗਤ ਆਊਗੀ, ਉਦੋਂ ਫਿਰ ਦਵਾਈ ਦਾਰੂ ਜਿਹੜੀ ਮੈਡੀਕਲ ਹੈ ਉਹ ਖਾਂਦੀ ਹੈ ਸੰਗਤ ਜਾਂ ਨਹੀਂ ਖਾਂਦੀ? ਨਹੀਂ, ਉਹ ਇੱਥੋਂ ਦਾ ਜੋ ਇਸ ਤਰ੍ਹਾਂ ਪ੍ਰਚਾਰ ਕੀਤਾ ਜਾਂਦਾ ਹੈ ਕਿ ਜਿਤਨੇ ਦਿਨ ਕਮ ਸੇ ਕਮ ਤੁਸੀਂ ਚੌਂਕੀਆਂ ਦਾ ਨਿਯਮ ਹੈ 7 ਚੌਂਕੀਆਂ, ਉਹ ਉਸਨੇ ਦਿਨ ਇਹ ਦਵਾਈ ਨਹੀਂ ਖਾਣੀ। ਦਵਾਈ ਖਾਣ ਦਾ ਤਾਂ ਮਤਲਬ ਹੈ ਕਿ ਜਦੋਂ ਸਾਨੂੰ ਆਰਾਮ ਆਉਂਦਾ ਹੈ ਤੇ ਸਾਡੇ ਇਹ ਦਿਲ ਵਿੱਚ ਇਹ ਸ਼ੰਕਾ ਨਾ ਰਵੇ ਕਿ ਸ਼ਾਇਦ ਦਵਾਈ ਕਰਕੇ ਇਹ ਆਰਾਮ ਆਇਆ ਹੈ। ਆਰਾਮ ਤਾਂ ਸਤਿਗੁਰੂ ਜੀ ਦੀ ਅਪਾਰ ਕਿਰਪਾ ਹੋ ਜਾਂਦੀ ਹੈ ਤਾਂ ਆਰਾਮ ਆਪਣੇ ਆਪ ਜਾਂਦਾ ਹੈ। ਇਹ ਸ਼ਰਧਾ ਤੇ ਉਤਸ਼ਾਹ ਦੀ ਭਾਵਨਾ ਹੈ।
ਇਹ ਬਾਬਾ ਜੀ ਫਿਰ ਕਿਸ ਦਿਨ ਦੇ ਇੱਥੇ ਜਿਵੇਂ ਤੁਸੀਂ ਦੱਸਿਆ ਸ਼ਨੀਵਾਰ ਨੂੰ ਜਿਹੜੇ ਬਾਕੀ ਹਫਤੇ ਦੇ 4-5 ਦਿਨ ਹੁੰਦੇ ਉਦੋਂ ਵੀ ਸੰਗਤ ਆ ਸਕਦੀ ਹੈ, ਉਦੋਂ ਵੀ ਇਸੇ ਤਰੀਕੇ ਦੀ ਜਿਹੜੀ ਪ੍ਰਕਿਰਿਆ ਹੈ ਇੱਥੇ ਬਣਾਈ ਹੋਈ ਜਾਂ ਪਿੱਛੇ ਤੋਂ ਚੱਲਦੀ ਆ ਰਹੀ ਹੈ ਤਾਂ ਉਹ ਹਫਤੇ ਦੇ ਉਹਨਾਂ ਦਿਨਾਂ ਦੇ ਵਿੱਚ ਵੀ ਕਰ ਸਕਦੇ ਨੇ? ਜੀ ਹਾਂ, ਬਾਕੀ ਦਿਨਾਂ 'ਚ ਵੀ ਆ ਸਕਦੇ ਹਨ, ਪਰ ਜੋ ਚੌਂਕੀ ਦਾ ਨਿਯਮ ਹੈ ਉਹ ਸਿਰਫ ਜਿਸ ਨੇ ਚੌਂਕੀਆਂ ਭਰਨੀਆਂ ਹਨ, ਦਿਲ ਵਿੱਚ ਹੈ ਆਸਥਾ ਕਿ ਅਸੀਂ 7 ਚੌਂਕੀਆਂ ਭਰਨੀਆਂ ਹਨ, ਉਹ ਚੌਂਕੀ ਜੋ ਹੈ ਸ਼ਨੀਵਾਰ ਦੀ ਹੀ ਪ੍ਰਵਾਨ ਹੈ। ਸ਼ਨੀਵਾਰ ਸਵੇਰ ਵਿੱਚ ਨਹੀਂ ਆ ਸਕਦਾ ਤਾਂ ਦੁਪਹਿਰ ਵਕਤ ਸ਼ਾਮ ਵਕਤ ਆ ਸਕਦਾ ਹੈ, ਰਾਤ ਇੱਥੇ ਰਹਿਣਾ ਪੈਂਦਾ ਹੈ। ਐਤਵਾਰ ਸਵੇਰ ਨੂੰ ਠੀਕ 5 ਵਜੇ ਭੋਗ ਪੈ ਜਾਂਦੇ ਹਨ, ਉਦੋਂ ਸੰਗਤ ਜਾ ਸਕਦੀ ਹੈ। ਖੁਸ਼ੀ ਦੇ ਨਾਲ ਕਿਸੇ ਦਿਨ ਵੀ ਕਿਸੇ ਵਕਤ ਵੀ ਇਸ ਸਥਾਨ ਤੇ ਹਾਜ਼ਰੀ ਭਰ ਸਕਦੇ ਹਨ। ਸੰਗਤ ਦਾ ਕਿਸ ਤਰੀਕੇ ਦੀ ਆਸਥਾ, ਸੰਗਤ ਆਉਂਦੀ ਹੈ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚਦੀ ਹੈ ਫਿਰ? ਜੀ ਹਾਂ, ਇੱਥੇ ਵੱਡੀ ਗਿਣਤੀ ਵਿੱਚ ਪਹੁੰਚਦੀਆਂ ਹਨ। ਖਾਸ ਕਰਕੇ ਐਤਵਾਰ ਤਾਂ ਜਿਸ ਤਰ੍ਹਾਂ ਬੱਚਿਆਂ ਨੂੰ ਸਕੂਲਾਂ ਵਿੱਚ ਛੁੱਟੀਆਂ ਹੁੰਦੀਆਂ ਹਨ ਜਾਂ ਕੋਈ ਫੈਕਟਰੀਆਂ ਵਿੱਚ ਛੁੱਟੀਆਂ ਹੁੰਦੀਆਂ ਹਨ ਅਤੇ ਇਹ ਦੂਰੋਂ ਬੱਸਾਂ ਵਿੱਚ ਭਰ ਕੇ ਵੀ ਆਉਂਦੀਆਂ ਹਨ। ਆਮ ਵੀ ਸੰਗਤ ਕਾਫੀ ਦੂਰੋਂ ਆਉਂਦੀ ਹੈ। ਬਾਕੀ ਦਿਨਾਂ ਵਿੱਚ ਤਾਂ ਸ਼ਨੀਵਾਰ ਤਾਂ ਆਪ ਤੁਸੀਂ ਦੇਖ ਹੀ ਰਹੇ ਹੋ ਕਿ ਬਹੁਤ ਤਾਦਾਦ ਵਿੱਚ ਸੰਗਤ ਆ ਰਹੀ ਹੈ। ਇਸ ਸਥਾਨ ਤੇ ਜੋ ਜੇਠ ਮਹੀਨੇ ਦੇ ਅਖੀਰਲਾ ਜੋ ਸ਼ਨੀਵਾਰ ਹੈ, ਤਕਰੀਬਨ ਜੂਨ ਮਹੀਨੇ ਦਾ ਦੂਸਰਾ ਸ਼ਨੀਵਾਰ ਬਣਦਾ ਹੈ। ਇਸ ਅਵਸਰ ਤੇ ਇਸ ਦਿਨ ਤੇ ਸਾਲਾਨਾ ਭਾਰੀ ਜੋੜ ਮੇਲਾ ਹੁੰਦਾ ਹੈ ਜੋ ਕਿ ਸੰਗਤਾਂ ਬੜੀ ਉਤਸ਼ਾਹ ਦੇ ਨਾਲ ਮਨਾਉਂਦੀਆਂ ਹਨ। ਇਹਦੇ ਪ੍ਰਬੰਧ ਫਿਰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਬਣਾਈ ਹੈ ਜਾਂ ਐਸਜੀਪੀਸੀ ਦੇ ਅੰਡਰ ਹੈ? ਕਿਸ ਤਰੀਕੇ ਦੇ ਨਾਲ ਪ੍ਰਬੰਧ ਚੱਲ ਰਹੇ ਨੇ ਗੁਰਦੁਆਰਾ ਸਾਹਿਬ ਦੇ? ਜੀ ਹਾਂ, ਇਸ ਸਥਾਨ ਤੇ ਜੋ ਲੋਕਲ ਜੋ ਹੈ ਨਗਰ ਦੀ ਕਮੇਟੀ ਹੀ ਇਹ ਸੇਵਾ ਸੰਭਾਲ ਰਹੀ ਹੈ। 1 ਸਾਲ ਬਾਅਦ ਇਸ ਕਮੇਟੀ ਦੀ ਚੋਣ ਹੁੰਦੀ ਹੈ। ਸਰਬਸੰਮਤੀ ਦੇ ਨਾਲ ਸਾਰੇ ਮੈਂਬਰ ਚੁਣ ਕੇ ਉਹ ਸੇਵਾ ਕਰ ਰਹੇ ਹਨ। ਐਸਜੀਪੀਸੀ ਨੇ ਕਦੀ ਦਖਲਅੰਦਾਜ਼ੀ ਤਾਂ ਨਹੀਂ ਹੋਈ ਇਸ ਦੇ ਵਿੱਚ? ਜੀ ਨਹੀਂ, ਉਹਨਾਂ ਦੀ ਕੋਈ ਦਖਲਅੰਦਾਜ਼ੀ ਨਹੀਂ ਹੋਈ। ਵੈਸੇ ਉਹ ਆਉਂਦੇ ਜਾਂਦੇ ਰਹਿੰਦੇ ਹਨ, ਲੇਕਿਨ ਉਹ ਜੋ ਹੈ ਪ੍ਰਬੰਧ ਸਮੁੱਚਾ ਜੋ ਪ੍ਰਬੰਧ ਹੈ ਉਹ ਨਗਰ ਦੀ ਕਮੇਟੀ ਹੀ ਕਰਦੀ ਹੈ। ਜਿਵੇਂ ਬਾਬਾ ਜੀ ਆਪਾਂ ਹਮੇਸ਼ਾ ਦੇਖਦੇ ਹਾਂ ਵੀ ਸਿੱਖ ਇਤਿਹਾਸ ਦੇ ਵਿੱਚ ਨਾ ਤਾਂ ਗੁਰੂਆਂ ਸਾਹਿਬਾਂ ਨੇ ਚਮਤਕਾਰ ਦਿਖਾਉਣ ਦਾ ਕੋਈ ਯਤਨ ਕੀਤਾ, ਨਾ ਦਿਖਾਏ, ਨਾ ਆਪਾਂ ਇੱਦਾਂ ਕੋਈ ਪੜ੍ਹਦੇ ਆ ਤਾਂ ਲੋਕਾਂ ਦੇ ਮਨਾਂ ਦੇ ਵਿੱਚ, ਸੰਗਤ ਦੇ ਮਨਾਂ ਦੇ ਵਿੱਚ ਇੱਦਾਂ ਦਾ ਖਿਆਲ ਤਾਂ ਨਹੀਂ ਆਉਂਦਾ ਕਦੇ ਵੀ ਇੱਥੇ ਕੋਈ ਚਮਤਕਾਰ ਦਿਖਾਇਆ ਜਾ ਰਿਹਾ ਜਾਂ ਲੋਕਾਂ ਨੂੰ ਵਹਿਮ ਦੇ ਵਿੱਚ ਪਾਇਆ ਜਾ ਰਿਹਾ? ਜੀ ਨਹੀਂ, ਇਸ ਤਰ੍ਹਾਂ ਦੀ ਕੋਈ ਇਸ ਤਰ੍ਹਾਂ ਦੀ ਪਰੰਪਰਾ ਨਹੀਂ ਹੈ। ਜੋ ਨਿਰੋਲ ਗੁਰਬਾਣੀ ਦਾ ਜੋ ਹੈ ਪ੍ਰਬੰਧ ਚੱਲਦਾ ਹੈ, ਮੈਂ ਜਿਸ ਤਰ੍ਹਾਂ ਪਹਿਲਾਂ ਵੀ ਇਹ ਕੀਤਾ ਹੈ ਕਿ ਇੱਥੇ ਹਰ ਐਤਵਾਰ ਤਕਰੀਬਨ ਐਤਵਾਰ ਤੋਂ ਅਖੰਡ ਪਾਠ ਸਾਹਿਬ ਆਰੰਭ ਹੋ ਕੇ ਮੰਗਲਵਾਰ, ਉਸ ਤੋਂ ਬਾਅਦ ਮੰਗਲਵਾਰ ਫਿਰ ਆਰੰਭ ਹੋ ਕੇ ਵੀਰਵਾਰ ਫਿਰ ਆਰੰਭ ਹੋ ਕੇ ਸ਼ਨੀਵਾਰ ਭੋਗ ਪੈਂਦੇ ਹਨ। ਇਸ ਤਰ੍ਹਾਂ 8 ਪਹਿਰ ਹੀ ਗੁਰਬਾਣੀ ਦਾ ਪ੍ਰਵਾਹ ਚੱਲਦਾ ਹੈ ਤੇ ਸੰਗਤ ਨੂੰ ਆਪਣੇ ਆਪ ਹੀ ਇਹ ਮਹਿਸੂਸ ਹੋ ਜਾਂਦਾ ਹੈ ਕਿ ਇੱਥੇ ਇਹ ਗੁਰਬਾਣੀ ਦੀ ਕਲਾ ਹੈ। ਕੋਈ ਵਹਿਮ ਭਰਮ ਜਾਂ ਕੋਈ ਇਸ ਤਰ੍ਹਾਂ ਦੀ ਗੁਰਮਤਿ ਦੇ ਉਲਟ ਕੋਈ ਵੀ ਰੀਤ ਨਹੀਂ ਹੈ। ਕੁਝ ਸੰਗਤ ਇੱਦਾਂ ਦੇ ਵੀ ਹੋਣਗੇ ਜਿਹੜੇ ਜੋੜਾਂ ਦੇ ਦਰਦ ਤੋਂ, ਖਾਸ ਤੌਰ ਦੇ ਉੱਤੇ ਜੋੜਾਂ ਦੇ ਦਰਦ ਵਾਸਤੇ ਹੀ ਅਰਦਾਸ ਬੇਨਤੀ ਕਰਦੇ ਨੇ ਜੀ? ਵੈਸੇ ਤਾਂ ਗੁਰੂ ਘਰ ਦੇ ਵਿੱਚ ਹਰ ਇੱਕ ਰੋਗ ਜੋ ਤਨ ਦੇ ਹਨ, ਮਨ ਦੇ ਹਨ, ਸਾਰੇ ਹੀ ਰੋਗ ਇੱਥੇ ਦੂਰ ਹੁੰਦੇ ਹਨ। ਪਰ ਜੋ ਸਤਿਗੁਰੂ ਅਰਜਨ ਦੇਵ ਜੀ ਦੇ ਮੁਖਾਰਬਿੰਦ ਵਿੱਚੋਂ ਜੋ ਬਚਨ ਹੋਏ ਹਨ, ਜੋੜਾਂ ਦੇ ਦਰਦਾਂ ਵਾਸਤੇ ਤੇ ਸੰਗਤ ਆਉਂਦੀ ਹੀ ਹੈ। ਬਾਕੀ ਵੀ ਜੋ ਆਪਣੀ ਜੋ ਸ਼ਰਧਾ ਹੈ ਗੁਰੂ ਸਾਹਿਬ ਅੱਗੇ ਆਨੰਦ ਨਾਲ, ਉਤਸ਼ਾਹ ਦੇ ਨਾਲ ਜੋ ਨਤਮਸਤਕ ਹੋ ਕੇ ਅਸੀਂ ਜੋ ਮੰਗਦੇ ਹਾਂ ਉਹ ਪ੍ਰਾਪਤ ਹੁੰਦਾ ਹੈ। ਸਾਰੇ ਰੋਗ ਹੀ ਦੂਰ ਹੁੰਦੇ ਹਨ। ਜਿਵੇਂ ਆਪਾਂ ਦੇਖ ਰਹੇ ਹਾਂ ਇਹ ਧੂੜ ਨੂੰ, ਇਸ ਮਿੱਟੀ ਨੂੰ ਸੰਗਤ ਨਾਲ ਵੀ ਲੈ ਕੇ ਜਾਂਦੀ ਹੈ। ਕੋਈ ਸੰਗਤ ਨਹੀਂ ਵੀ ਪਹੁੰਚ ਸਕਦੀ ਹੋਊਗੀ, ਤਕਲੀਫ ਇੰਨੀ ਜ਼ਿਆਦਾ ਹੋਊਗੀ ਵੀ ਚੱਲਣ ਦੇ ਵਿੱਚ ਅਸਮਰਥ ਹੋਣਗੇ ਜਾਂ ਕੋਈ ਦਿੱਕਤ ਆਉਂਦੀ ਹੋਊਗੀ ਤਾਂ ਇੱਥੋਂ ਫਿਰ ਲਿਜਾ ਵੀ ਸਕਦੀ ਹੈ ਸੰਗਤ? ਜੀ ਹਾਂ, ਇੱਥੋਂ ਘਰ ਵੀ ਲਿਜਾ ਸਕਦੇ ਹਨ ਤਾਂ ਕਿ ਕੋਈ ਮਰੀਜ਼ ਇਤਨੇ ਵੀ ਪੀੜਤ ਹੁੰਦੇ ਹਨ ਕਿ ਉਹ ਨਹੀਂ ਆ ਸਕਦੇ, ਘਰ ਵਿੱਚ ਵੀ ਲਿਜਾ ਕੇ ਉਹ ਆਪਣੇ ਘਰ ਵਿੱਚ ਵੀ ਇਸ ਦਾ ਇਸਤੇਮਾਲ ਕਰ ਸਕਦੇ ਹਨ। ਇਸ ਨੂੰ ਮਲਣ ਸਮੇਂ ਥੱਲੇ ਆਸਣ ਲਾਉਣਾ ਹੈ। ਧੰਨ ਗੁਰੂ ਅਰਜਨ ਦੇਵ ਜੀ, ਧੰਨ ਬਾਬਾ ਮੱਲ ਜੀ, ਅਸੀਂ ਆਪ ਜੀ ਦੀ ਚੰਨ ਧੂੜੀ ਇਸਤੇਮਾਲ ਕਰ ਰਹੇ ਹਾਂ। ਸਤਿਗੁਰੂ ਜੀ ਕਿਰਪਾ ਕਰੋ, ਜੋ ਮਨ ਵਿੱਚੋਂ ਜੋ ਨਿਕਲੀ ਹੋਈ ਅਰਦਾਸ ਹੈ ਸਤਿਗੁਰੂ ਜੀ ਜ਼ਰੂਰ ਸੰਪੂਰਨ ਕਰਦੇ ਹਨ, ਜ਼ਰੂਰ ਪੂਰੀ ਕਰਦੇ ਹਨ। ਇਸ ਤਰ੍ਹਾਂ ਘਰ ਵੀ ਲਿਜਾ ਸਕਦੇ ਹੋ। ਘਰ ਤਾਂ ਦੂਰ ਹੈ, ਜੋ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਹਨ ਉਹ ਵੀ ਇਸ ਚੰਨ ਧੂੜੀ ਨੂੰ ਸੇਵਨ ਕਰਕੇ ਇਸ ਦਾ ਲਾਭ ਉਠਾ ਰਹੇ ਹਨ। ਸੰਗਤ ਫਿਰ ਹਰ ਸ਼ਨੀਵਾਰ ਇੰਨਾ ਇਕੱਠ ਭਾਰੀ ਹੁੰਦਾ, ਫਿਰ ਪ੍ਰਬੰਧ ਹਰ ਜਿਹੜੇ ਆ ਲੰਗਰਾਂ ਦੇ ਵੀ ਹੁੰਦੇ ਨੇ, ਰਹਿਣ ਵਾਸਤੇ ਵੀ ਸੰਗਤ ਦੇ ਪੂਰੇ ਪ੍ਰਬੰਧ ਨੇ? ਹਾਂਜੀ, ਜੀ ਹਾਂ, ਜੋ ਲੰਗਰ ਦਾ ਪ੍ਰਬੰਧ ਹੈ ਉਹ ਸ਼ਨੀਵਾਰ ਤਾਂ ਹੁੰਦਾ ਹੀ ਹੈ। ਬਾਕੀ ਦਿਨਾਂ ਦੇ ਵਿੱਚ ਵੀ ਇੱਥੇ 24 ਘੰਟੇ ਲੰਗਰ ਚੱਲਦਾ ਹੀ ਰਹਿੰਦਾ ਹੈ। ਚਾਹ ਦਾ ਲੰਗਰ ਚੱਲਦਾ ਰਹਿੰਦਾ ਹੈ। ਰਿਹਾਇਸ਼ ਦਾ ਪ੍ਰਬੰਧ ਹੈ। ਸਾਰੇ ਕਿਸੇ ਕਿਸਮ ਦੀ ਸੰਗਤ ਨੂੰ ਤਕਲੀਫ ਨਹੀਂ ਹੁੰਦੀ। ਬਾਕੀ ਦਿਨਾਂ 'ਚ ਵੀ ਆਉਂਦੇ ਹਨ ਅਤੇ ਸ਼ਨੀਵਾਰ ਤਾਂ ਜੋ ਹੈ ਚੌਂਕੀ ਦਾ ਦਿਨ ਹੈ, ਇਸ ਦਿਨ ਸੰਗਤ ਜ਼ਿਆਦਾ ਆਉਂਦੀ ਹੈ। ਤਾਂ ਕੁਝ ਸੰਗਤ ਵੀ ਹੈ ਇੱਥੇ, ਆਪਾਂ ਸੰਗਤ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ।
ਆਸਥਾ ਕਿਸ ਤਰੀਕੇ ਦੀ ਹੈ ਮਨਾਂ ਦੇ ਵਿੱਚ, ਕਿਸ ਤਰੀਕੇ ਦਾ? ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ ਕਿੱਥੋਂ ਆਏ ਹੋ ਤੁਸੀਂ? ਮੈਂ ਜੀ ਜਲੰਧਰ ਲਾਗੇ ਬੜੇ ਲਾਗੇ ਆਇਆ। ਕੋਈ ਤਕਲੀਫ ਹੈ? ਮੈਂ ਜੀ ਮੇਰੀਆਂ ਲੱਤਾਂ ਖੜ ਗਈਆਂ ਸੀਗੀਆਂ ਜੀ, ਤਾਂ ਮੈਨੂੰ ਇੱਥੇ ਚੁੱਕ ਕੇ ਲੈ ਕੇ ਆਈ ਮੋਟਰਸਾਈਕਲ ਤੇ। ਤਾਂ ਮੈਂ ਜਦੋਂ ਇੱਥੇ ਮੱਥਾ ਟੇਕਿਆ ਤਾਂ ਮੈਂ ਰਾਖ ਮਲੀ, ਘਰ ਵੀ ਰਾਖ ਲੈ ਗਏ, ਘਰ ਜਾ ਕੇ ਮਲੀ ਤਾਂ ਮੈਂ ਠੀਕ ਹੋ ਗਿਆ। ਹੁਣ ਚੱਲ ਫਿਰ ਸਕਦੇ ਹੋ? ਮੈਂ ਬਿਲਕੁਲ ਚੱਲਦਾ ਜੀ। ਮੇਰੀ ਘਰ ਵਾਲੀ ਦੇ ਮਿਸਰੀ ਤੇ ਵੀ ਇੱਥੇ ਹੋ ਗਿਆ ਸੀਗਾ, ਇਹ ਵੀ ਇੱਥੇ ਠੀਕ ਹੋ ਗਏ, ਸਾਰੇ ਠੀਕ ਹੋਏ ਜੀ। ਜਿਵੇਂ ਇੱਕ ਪਾਸੇ ਮੈਡੀਕਲ ਸਾਇੰਸ ਹੈ, ਦੂਸਰੇ ਪਾਸੇ ਆਸਥਾ। ਗੁਰੂ ਦੇ ਚਰਨਾਂ ਦੇ ਵਿੱਚ ਤਾਂ ਬੰਦਾ ਨਿਤ ਅਰਦਾਸ ਕਰਦਾ ਹੈ, ਹਰ ਮਨੋਕਾਮਨਾ ਪੂਰੀ ਕਰਨ ਲਈ ਜਾਂ ਸਰਬੱਤ ਦੇ ਭਲੇ ਦੀ ਅਰਦਾਸ ਕਰਦਾ ਹੈ। ਤਾਂ ਮੈਡੀਕਲੀ ਮੈਡੀਸਿਨ ਵੀ ਖਾਧੀ ਹੈ। ਹਾਲਾਂਕਿ ਆਪਾਂ ਸਵਾਲ ਮੇਰਾ ਇਹ ਨਹੀਂ ਹੈ ਵੀ ਅਸੀਂ ਮੈਡੀਕਲ ਨੂੰ ਜਾਂ ਸਾਇੰਸ ਨੂੰ ਚੈਲੰਜ ਕਰ ਰਹੇ ਹਾਂ, ਨਾ ਹੀ ਅਸੀਂ ਕਰ ਸਕਦੇ, ਕਿਉਂਕਿ ਹਰ ਰੋਗ ਦਾ ਇਲਾਜ ਮੈਡੀਕਲੀ ਹੁੰਦਾ ਹੈ। ਪਰ ਆਸਥਾ ਵੀ ਕਿਤੇ ਨਾ ਕਿਤੇ, ਸ਼ਰਧਾ ਵੀ ਹੈ ਮਨ ਦੇ ਵਿੱਚ, ਅਰਦਾਸ ਬੇਨਤੀ ਵੀ ਕਰਦੇ ਹਾਂ ਤਾਂ ਵਾਹਿਗੁਰੂ ਦੇ ਵੱਲੋਂ ਉਹ ਖੁਸ਼ੀਆਂ ਵੀ ਦਿੱਤੀਆਂ ਜਾਂਦੀਆਂ ਨੇ। ਦਵਾਈ ਦਵਾਰ ਜਿਹੜੀ ਆ ਉਹ ਵੀ ਚੱਲੀ ਨਾਲ? ਨਹੀਂ ਸਰ ਜੀ, ਮੈਂ ਕੋਈ ਦਵਾਈ ਨਹੀਂ ਖਾਧੀ ਸੀ। ਸਿਰਫ ਇੱਥੇ ਆਇਆ ਸੀਗਾ, ਇੱਥੇ ਠੀਕ ਹੋਇਆ ਮੈਂ। ਇੱਥੇ ਆਇਆ ਸੀ, ਇੱਥੇ ਠੀਕ ਹੋਇਆ। ਇਹ ਬਾਬਾ ਜੀ ਨੇ ਠੀਕ ਕੀਤਾ ਜੀ, ਬਹੁਤ ਮਿਹਰ ਹੈ ਇਹਨਾਂ ਦੀ, ਬੜੀ ਸ਼ਕਤੀ ਹੈ ਬੱਚੇ ਨੂੰ। ਤਾਂ ਹੁਣ ਬਿਲਕੁਲ ਤੰਦਰੁਸਤ? ਅਸੀਂ ਹਰ ਸਾਲ ਆਈਦਾ, ਜਦੋਂ ਕਣਕ ਕੁਤਰਦੀ ਦੀ ਨਵੀਂ ਕਣਕ ਲੈ ਕੇ ਆਈਦਾ, ਫਿਰ ਮੱਥਾ ਟੇਕ ਕੇ ਜਾਣਾ। ਫਿਰ ਵਿੱਚੋਂ ਵੀ ਕਈ ਵਾਰੀ ਸ਼ਨੀਵਾਰ ਕੇ ਵਿਹਲੇ ਹੋਈ ਆ, ਫਿਰ ਮੱਥਾ ਟੇਕ ਜੀ ਜਾਣ ਕੇ। ਤਾਂ ਹਰ ਸਾਲ ਤਾਂ ਆਉਣਾ ਹੀ ਹੋਣਾ। ਅਸੀਂ ਨਾ ਆਈਏ, ਸਾਡੀਆਂ ਨਾਲ ਹੀ ਲੱਤਾਂ 'ਚ ਦਰਦਾਂ ਪੈਣ ਲੱਗ ਪਣੀਆਂ, ਨਾਲ ਹੀ ਸਾਡੇ ਗਿੱਟੇ ਸੁੱਜਣ ਲੱਗ ਪਣੇ। ਜਦੋਂ ਇੱਥੇ ਮੱਥਾ ਟੇਕ ਕੇ ਚੱਲ ਜੀਦਾ, ਰਾਖ ਮਾਰ ਕੇ ਚੱਲ ਜੀਦਾ, ਮਹਾਰਾਜ ਦੀ ਕਿਰਪਾ, ਬਾਬੇ ਦੀ ਕਿਰਪਾ ਜੀ, ਉਸ ਵੇਲੇ ਠੀਕ ਹੈ। ਦਵਾਈ ਤੋਂ ਛੁਟਕਾਰਾ ਮਿਲ ਗਿਆ? ਹਾਂਜੀ, ਦਵਾਈ ਨਹੀਂ ਖਾਧੀ, ਸਿਰਫ ਦਵਾਈ ਨਹੀਂ ਖਾਧੀ, ਸਿਰਫ ਬਾਬੇ ਦੀ ਮਿਹਰ ਨਾਲ ਇੱਥੇ ਠੀਕ ਹੋਏ ਜੀ। ਤੁਹਾਡੇ ਮਿਸਿਸ ਵੀ, ਉਹਨਾਂ ਨੂੰ ਵੀ ਇਦਾਂ ਹੀ ਦਿੱਕਤ ਸੀਗੀ? ਗੱਲਬਾਤ ਕਰ ਲੈਂਦੇ ਹਾਂ। ਭੈਣ ਜੀ ਕੀ ਨਾਂ ਤੁਹਾਡਾ ਜੀ? ਹਾਂਜੀ ਭਾਜੀ, ਮੇਰੀ ਲੱਤ 'ਚ ਦਰਦ ਹੋਣ ਲੱਗ ਪਈ ਸੀਗੀ ਤੇ ਮੈਂ ਸਕੈਨ ਵੀ ਕਰਾਈ ਪਰ ਮੈਨੂੰ ਨਹੀਂ ਆਰਾਮ ਆਇਆ। ਹਾਰਟ ਦੀ ਵੀ ਕਰਾਈ, ਇਹ ਵੀ ਕਰਾਈ, ਨਹੀਂ ਆਰਾਮ ਆਇਆ। ਫਿਰ ਮੈਂ ਕਿਹਾ ਬਾਬਾ ਜੀ ਮੈਂ ਤੇਰੇ ਚੌਂਕੀਆਂ ਭਰੀਆਂ, ਮੈਂ 7 ਚੌਂਕੀਆਂ ਭਰੀਆਂ, ਮੈਨੂੰ ਇੱਥੇ ਆਰਾਮ ਆ ਗਿਆ। ਮੈਂ ਰਾਤ ਦੀ ਚੌਂਕੀ ਇੱਥੇ ਭਰਦੀ ਰਹੀ, 7 ਚੌਂਕੀਆਂ ਭਰੀਆਂ, ਬਾਬਾ ਜੀ ਨੇ ਮੈਨੂੰ ਆਰਾਮ ਦੇ ਦਿੱਤਾ। ਹੁਣ ਬਿਲਕੁਲ ਤੰਦਰੁਸਤ? ਹਾਂਜੀ ਠੀਕ ਹੈ ਜੀ, ਧਾਰਾਂ ਧੂਰਾਂ ਕਰ ਸਾਰਾ ਕੰਮ ਕਰਦੇ ਆ। ਤੇ ਪਹਿਲਾਂ ਇਹ ਸਾਰੇ ਤੋਂ ਦਿੱਕਤ ਆਉਣ ਲੱਗ ਪਈ? ਹਾਂਜੀ ਹਾਂਜੀ, ਪਹਿਲਾਂ ਮੈਨੂੰ ਫੜ ਕੇ 2 ਜਣੇ ਲਿਜਾਂਦੇ ਸੀ ਬਾਥਰੂਮ ਤੱਕ। ਹਾਂਜੀ ਹੁਣ ਹੁਣ ਠੀਕ। ਆਪ ਚੱਲ ਕੇ ਆਏ ਹੋ ਇੱਥੇ? ਹਾਂਜੀ ਹਾਂਜੀ, ਹੁਣ ਬਾਬਾ ਜੀ ਨੇ ਠੀਕ ਕਰ। ਸ਼ਰਧਾ ਦੇ ਵਿੱਚ, ਮਨ ਦੇ ਵਿੱਚ ਆ ਕੇ ਕਿੱਦਾਂ ਮਹਿਸੂਸ ਹੁੰਦਾ ਇੱਥੇ ਮਨਾਂ ਦੇ ਵਿੱਚ? ਚੰਗਾ ਲੱਗਾ ਭਾਜੀ, ਬਹੁਤ ਚੰਗਾ ਲੱਗਾ ਜੀ। ਹਾਂਜੀ ਅਸੀਂ ਤਾਂ ਵਿੱਚ ਕਈ ਵਾਰੀ ਹਰ ਸ਼ਨੀਵਾਰ ਵੀ 1-2 ਛੱਡ ਕੇ ਵੀ ਹਰ ਵਾਰੀ ਆਈਦਾ ਜਾਂ ਚਾਹੇ ਬੱਸੇ ਆਉਣਾ ਪਵੇ ਚਾਹੇ ਮੋਟਰਸਾਈਕਲ ਤੇ ਆਈਦਾ ਜ਼ਰੂਰ ਹੈ ਜੀ। ਇੱਥੇ ਪ੍ਰਬੰਧ ਕਿਵੇਂ ਦੇ ਨੇ? ਪ੍ਰਬੰਧ ਠੀਕ ਨੇ? ਹਾਂਜੀ ਪ੍ਰਬੰਧ ਬਹੁਤ ਵਧੀਆ, ਰਾਤ ਨੂੰ ਬਿਸਤਰਾ, ਲੰਗਰ ਛਕੀ ਦਾ, ਚਾਹ ਪਾਣੀ ਸਭ ਪ੍ਰਬੰਧ ਹੈਗੇ ਜੀ ਇੱਥੇ। ਹਾਂਜੀ ਤਾਂ ਇਹ ਆਸਥਾ ਹੈ ਮਨਾਂ ਦੇ ਵਿੱਚ। ਜੇ ਕਹਿੰਦੇ ਸੱਚੇ ਮਨ ਦੇ ਨਾਲ ਅਰਦਾਸ ਕੀਤੀ ਜਾਵੇ ਤਾਂ ਤੁਹਾਡੀ ਅਰਦਾਸ ਕਦੀ ਵੀ ਵਿਰਥੀ ਨਹੀਂ ਜਾ ਸਕਦੀ। ਇੱਕ ਹੋਰ ਭੈਣ ਜੀ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ। ਭੈਣ ਜੀ ਕੀ ਨਾਂ ਤੁਹਾਡਾ? ਕੁਲਦੀਪ ਕੌਰ, ਕਿੱਥੋਂ ਆਏ ਹੋ ਤੁਸੀਂ? ਇਹ ਨਵੇਂ ਠੱਟੇ ਤੋਂ ਸੁਲਤਾਨ। ਕੀ ਦਿੱਕਤ ਸੀਗੀ ਭੈਣ ਜੀ? ਲੱਤ 'ਚ ਦਰਦ ਹੁੰਦੀ। ਹੁਣ ਫਰਕ ਹੈ? ਨਹੀਂ ਫਸਟ ਟਾਈਮ ਹੀ ਆਈ। ਤਾਂ ਅੱਜ ਪਹਿਲੇ ਦਿਨ ਹੀ ਆਏ ਹੋ? ਹਾਂਜੀ। ਮਨ ਦੇ ਵਿੱਚ ਕਿੱਦਾਂ ਦਾ ਇਸ ਟਾਈਮ ਹੈਗਾ ਵੀ ਅੱਜ ਇੱਕ ਬੜੀ ਸ਼ਰਧਾ ਦੇ ਨਾਲ ਇੱਥੇ ਪਹੁੰਚੇ ਹੋ? ਬਹੁਤ ਸਾਰੇ ਲੋਕਾਂ ਨੂੰ ਇੱਥੋਂ ਆਰਾਮ ਮਿਲਦਾ ਹੈ, ਤੰਦਰੁਸਤ ਹੋ ਕੇ ਜਾਂਦੇ ਨੇ ਲੋਕ। ਜਿਵੇਂ ਆਪਾਂ ਭੈਣ ਜੀ ਦੇ ਨਾਲ ਵੀ ਗੱਲਬਾਤ ਕੀਤੀ, ਉਹ ਵੀ ਕਹਿੰਦੇ ਚੱਲ ਫਿਰ ਵੀ ਨਹੀਂ ਸਕਦੀ ਸੀ। ਮਨ ਦੇ ਵਿੱਚ ਸ਼ਰਧਾ ਭਾਵਨਾ? ਹਾਂਜੀ, ਬਾਬਾ ਜੀ ਦੇ ਘਰ ਸਾਰੇ ਠੀਕ ਹੋ ਕੇ ਜਾਂਦੇ, ਅਸੀਂ ਵੀ ਹੋ ਕੇ ਜਾਵਾਂਗੇ। ਤਾਂ ਮਨਾਂ ਦੇ ਵਿੱਚ ਸ਼ਰਧਾ ਹੈ, ਮਨ ਦੇ ਵਿੱਚ ਸਤਿਕਾਰ ਹੈ ਇਸ ਸਥਾਨ ਦੇ ਲਈ। ਬਹੁਤ ਸਾਰੀਆਂ ਬਜ਼ੁਰਗ ਮਾਤਾਵਾਂ, ਬੀਬੀਆਂ, ਭੈਣਾਂ, ਬਜ਼ੁਰਗ ਮਾਤਾ ਜੀ ਨੇ ਗੱਲਬਾਤ ਕਰਦੇ ਆ। ਮਾਤਾ ਜੀ ਕੀ ਨਾਂ ਤੁਹਾਡਾ? ਕੀ ਨਾਂ ਜੀ ਤੁਹਾਡਾ? ਕੀ ਗੱਲ? ਅੱਛਾ, ਕਿੰਨੀ ਦੇਰ ਤੋਂ ਆ ਰਹੇ ਹੋ ਇੱਥੇ ਸਥਾਨ ਤੇ? ਅਸੀਂ ਤਾਂ ਇੱਥੋਂ ਆਉਂਦੇ ਆ, ਉੱਦਾਂ ਦਲਜੀਤ ਆ ਮੇਰਾ ਨਾਂ। ਅੱਛਾ ਜੀ। ਇਹ ਦਿੱਕਤ ਸੀਗੀ, ਦਰਦਾਂ ਹੁੰਦੀਆਂ ਸੀ? ਹਾਂ ਅਸੀਂ ਬਿਲਕੁਲ ਠੀਕ ਆ। ਅੱਛਾ ਜੀ। ਹਾਂਜੀ, ਕਿੰਨੀ ਕੁ ਦੇਰ ਹੋ ਗਈ ਇਸ ਸਥਾਨ ਦੇ ਨਾਲ ਜੁੜਿਆ? ਤਾਂ ਕਿੰਨਾ ਹੀ ਚਿਰ ਹੋ ਗਿਆ ਇੱਥੇ ਆਉਂਦਿਆਂ ਨੂੰ, ਕਾਫੀ ਦੇਰ ਹੋ ਗਈ ਆ। ਹੋਰ ਕੋਈ ਤਕਲੀਫ ਤਾਂ ਨਹੀਂ ਹੁੰਦੀ ਸਰੀਰ ਨਹੀਂ ਨਹੀਂ, ਬਿਲਕੁਲ ਠੀਕ ਆ। ਪਹਿਲਾਂ ਸੀਗੀ ਤਕਲੀਫ? ਹਾਂ ਖੁਸ਼ ਆ। ਮਨ ਦੇ ਵਿੱਚ ਕਿੱਦਾਂ ਦੀ ਸ਼ਰਧਾ ਹੈ ਮਾਤਾ ਜੀ? ਇੱਕ ਹਰ ਬੰਦਾ ਜਦੋਂ ਗੁਰੂ ਘਰ ਜਾਂਦਾ ਹੈ ਤਾਂ ਸਰਬੱਤ ਦੇ ਭਲੇ ਦੀ ਅਰਦਾਸ ਹੁੰਦੀ ਹੈ। ਇੱਕ ਪਾਸੇ ਮੈਡੀਕਲ ਸਾਇੰਸ ਹੈ, ਉਧਰ ਵੀ ਇਲਾਜ ਹੋ ਰਿਹਾ ਹੈ, ਉਸ ਤੋਂ ਵੀ ਮੁਨਕਰ ਨਹੀਂ ਹੋ ਸਕਦੇ। ਦੂਸਰੇ ਪਾਸੇ ਸ਼ਰਧਾ, ਇੱਥੇ ਆ ਕੇ ਸਕੂਨ ਮਿਲਦਾ ਮਨ? ਬਹੁਤ ਸਕੂਨ ਮਿਲਦਾ, ਜਾਣ ਨੂੰ ਦਿਲ ਨਹੀਂ ਕਰਦਾ ਇੱਥੋਂ, ਦਿਲ ਕਰਦਾ ਇੱਥੇ ਰਹੀਏ। ਦੁੱਖਾਂ ਤਕਲੀਫਾਂ ਦਾ ਨਾਸ਼ ਵੀ ਹੈ। ਹਾਂ ਸਾਰਾ ਹੀ। ਡਾਕਟਰ ਕੀ ਆ ਇਹਨਾਂ ਦੇ ਮੋਰੇ? ਡਾਕਟਰ ਕੁਛ ਨਹੀਂ ਕਰ ਸਕਦੇ ਜਿੱਥੇ ਗੌਰ ਪੀਰ ਆ। ਬਹੁਤ ਸੱਚੀ। ਇਹ ਫਿਰ ਹਰ ਜਦੋਂ ਆਉਂਦੇ ਹਰ ਸ਼ਨੀਵਾਰ? ਹਾਂ। ਤਾਂ ਹੋਰ ਵੀ ਸੰਗਤ ਹੈ, ਗੱਲਬਾਤ ਕਰਦੇ ਆ। ਕੀ ਨਾਂ ਤੁਹਾਡਾ ਭੈਣ ਜੀ? ਹਰਵਿੰਦਰ ਕੌਰ। ਭੈਣ ਜੀ ਤਕਲੀਫ ਸੀਗੀ ਕੋਈ? ਹਾਂਜੀ, ਸਾਡੇ ਜਿੱਦਾਂ ਮਤਲਬ ਦਰਦ ਬਹੁਤ ਪੈਂਦੇ ਆ ਗੋਡੇ ਗਿੱਟੇ। ਹੁਣ ਕਿਵੇਂ ਹੋ? ਹੁਣ ਠੀਕ ਹੈ। ਜਦੋਂ ਅਸੀਂ ਇੱਥੇ 5 ਜਾਂ 7 ਚੌਂਕੀਆਂ ਸ਼ਰਧਾ ਨਾਲ ਭਰ ਲੈਣੀਆਂ ਆ ਤੇ ਫਿਰ ਕੋਈ ਤਕਲੀਫ ਨਹੀਂ ਰਹਿੰਦੀ। ਹੁਣ ਠੀਕ ਹੋ ਤੁਸੀਂ? ਹਾਂਜੀ ਹੁਣ ਦਰਦਾਂ ਤੋਂ ਨਿਜਾਤ ਮਿਲੀ? ਹਾਂਜੀ ਹਾਂਜੀ, ਸਾਨੂੰ ਕੋਈ ਗੋਲੀ ਖਾਣ ਦੀ ਲੋੜ ਨਹੀਂ ਪੈਂਦੀ। ਹਾਂ ਅੱਛਾ, ਦਵਾਈ ਵੀ ਛੁੱਟ ਗਈ ਹੈ ਜਿਹੜੀ? ਹਾਂਜੀ ਹਾਂਜੀ। ਤਾਂ ਇਹ ਦਾਵਾ ਸੰਗਤ ਦਾ ਹੈ।
ਹੁਣ ਅਸੀਂ ਘਰੇ ਜਾ ਕੇ ਇਹਨਾਂ ਦਾ ਨਾਮ ਲੈ ਕੇ ਬਾਬਾ ਮਾਲੜੀ ਮਾਲ ਜੀ ਦਾ ਚੌਂਕੀ ਭਰਨੀ ਆ। ਰਾਤ ਨੂੰ ਵੀ ਅਸੀਂ ਨਾ ਬੈੱਡ ਤੇ ਨਹੀਂ ਸੌਣਾ, ਪੁੰਜੇ ਚੌਂਕੀ ਭਰਨੀ ਆ। ਅੱਛਾ, ਫਿਰ ਸੌਣਾ ਪੁੰਜੇ ਪੈਂਦਾ। ਪੁੰਜੇ ਸੌਣਾ ਆ, ਬਿਲਕੁਲ ਠੀਕ ਆ। ਗੁਰੂ ਅਰਜਨ ਦੇਵ ਜੀ ਦੇ ਵਾਕ ਝੂਠੇ ਥੋੜੀ ਆ ਨਾ। ਗੁਰੂ ਅਰਜਨ ਦੇਵ ਜੀ ਦੇ ਕਹੇ ਮੁਤਾਬਕ ਚੱਲੋ ਤੇ ਸਭ ਕੁਝ ਠੀਕ ਹੈ। ਨਾ ਅਸੀਂ ਹੁਣ ਮੰਜੇ ਤੇ ਬੈਠਣਾ, ਨਾ ਪੀੜੀ ਤੇ ਬੈਠਣਾ। ਘਰ ਜਾ ਕੇ ਵੀ ਅਸੀਂ ਬੈੱਡ ਤੇ ਨਹੀਂ ਸੌਣਾ, ਪੁੰਜੇ ਚੌਂਕੀ ਭਰਨੀ, ਗੱਦਾ ਵਿਛਾ ਲਵਾਂਗੇ ਪੁੰਜੇ। ਪਰ ਜਦੋਂ ਬਜ਼ੁਰਗ ਹੋ ਜਾਂਦੇ ਨੇ ਉਦੋਂ ਤਾਂ ਆਪਾਂ ਲੱਭਦੇ ਆ ਵੀ ਮੰਜਾ ਵੀ ਥੋੜਾ ਠੀਕ ਹੋਵੇ, ਬੈੱਡ ਵੀ ਪੋਲਾ ਹੋਵੇ। ਫਿਰ ਜਦੋਂ ਇੱਥੇ ਅਸਥਾਨ ਤੇ ਆਉਂਦੇ ਹੋ, ਇੰਨੀ ਸ਼ਰਧਾ ਦੇ ਨਾਲ ਨਤਮਸਤਕ ਹੁੰਦੇ ਹੋ, ਫਿਰ ਉਹ ਸਾਰੀਆਂ ਚੀਜ਼ਾਂ ਭੁੱਲ ਜਾਂਦੇ। ਬਿਲਕੁਲ ਬਿਲਕੁਲ ਠੀਕ ਆ। ਰੱਖ ਕੇ ਤਾਂ ਦੇਖੋ, ਸ਼ਰਧਾ ਰੱਖੋ, ਇਹ ਸਾਰੇ ਦੁੱਖ ਟੁੱਟ ਬਾਕੀ ਆਪਣਾ ਯਕੀਨ ਵਿਸ਼ਵਾਸ ਆ, ਸਾਨੂੰ ਵਿਸ਼ਵਾਸ ਆ, ਅਸੀਂ ਠੀਕ ਆ, ਅਸੀਂ ਬਿਲਕੁਲ ਖੁਸ਼ ਆ, ਠੀਕ ਆ। ਹੁਣ ਤਾਂ- ਅਸੀਂ ਆਏ ਆ, ਸਾਨੂੰ ਬਹੁਤ ਖੁਸ਼ੀ ਆ। ਤਾਂ ਸੰਗਤ ਵਡਭਾਗੀ ਹੈ, ਖੁਸ਼ੀ ਮਹਿਸੂਸ ਕਰਦੀ ਹੈ ਕਿ ਇਸ ਸਥਾਨ ਤੇ ਆ ਕੇ ਨਾ ਸਿਰਫ ਦੁੱਖਾਂ ਤੇ ਕਲੇਸ਼ਾਂ ਦਾ ਨਾਸ ਹੋਇਆ ਹੈ, ਦਰਦਾਂ ਤੋਂ ਨਿਜਾਤ ਮਿਲੀ ਹੈ। ਤਸਵੀਰਾਂ ਤੁਸੀਂ ਲਗਾਤਾਰ ਦੇਖ ਰਹੇ ਹੋ, ਨੌਜਵਾਨ, ਬੱਚੇ, ਬਜ਼ੁਰਗ, ਮਾਤਾਵਾਂ, ਭੈਣਾਂ, ਹਰ ਜਿਹੜਾ ਸੰਗਤ ਦੇ ਰੂਪ ਦੇ ਵਿੱਚ ਜਿਹੜਾ ਇਨਸਾਨ ਇਸ ਗੁਰੂ ਘਰ ਦੇ ਵਿੱਚ ਨਤਮਸਤਕ ਹੁੰਦਾ ਹੈ ਤਾਂ ਉਹ ਮਨ ਦੇ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਕਰਦਾ ਹੈ। ਉਸ ਦੇ ਨਾਲ ਹੀ ਜਿਹੜੀਆਂ ਤਕਲੀਫਾਂ ਨੇ, ਉਹਨਾਂ ਦਰਦਾਂ ਵਾਲੇ ਅੰਗਾਂ ਦੇ ਉੱਤੇ ਇਸ ਤਰੀਕੇ ਦੇ ਨਾਲ ਜਿਹੜੀ ਇਹ ਰਾਖ, ਇਹਨੂੰ ਕਹਿੰਦੇ ਨੇ ਪਿੱਪਲ ਦਾ, ਇਹ ਬਹੁਤ ਵਿਸ਼ਾਲ ਇੱਕ ਦਰਖਤ ਹੈ, ਇਤਿਹਾਸ ਦੇ ਨਾਲ ਜੁੜਿਆ, ਮਾਨਤਾ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਜਿਹੜੇ ਉਹਨਾਂ ਦੇ ਵੱਲੋਂ ਵੀ ਦੱਸੀ ਗਈ ਹੈ। ਹਮਦਰਦ ਮੀਡੀਆ ਗਰੁੱਪ ਦਾ ਇੱਕ ਕਿਸੇ ਵੀ ਤਰ੍ਹਾਂ ਦਾ ਅਜਿਹਾ ਯਤਨ ਨਹੀਂ ਹੈ ਕਿ ਅਸੀਂ ਸੰਗਤ ਨੂੰ ਕਿਸੇ ਵਹਿਮ ਜਾਂ ਭਰਮ ਦੇ ਵਿੱਚ ਪਾਈਏ। ਅਸੀਂ ਸਿਰਫ ਉਹੀ ਚੀਜ਼ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਉਹੀ ਮਾਨਤਾ ਲੋਕਾਂ ਤੱਕ, ਉਹ ਸਥਾਨ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਸ ਅਸਥਾਨ ਨੂੰ ਲੈ ਕੇ ਸੰਗਤ ਦੀ ਵੱਡੀ ਸ਼ਰਧਾ ਹੈ। ਔਰ ਸੰਗਤ ਦਾਅਵਾ ਕਰਦੀ ਹੈ ਕਿ ਇੱਥੋਂ ਆ ਕੇ ਬਿਨਾਂ ਦਵਾਈ ਤੋਂ ਉਹਨਾਂ ਦੇ ਦੁੱਖਾਂ ਤੇ ਤਕਲੀਫਾਂ ਜਿਹੜੀਆਂ ਸਰੀਰਕ ਤੌਰ ਦੇ ਉੱਤੇ ਸੀਗੀਆਂ, ਉਹਨਾਂ ਦਾ ਨਾਸ ਹੋ ਗਿਆ ਹੈ। ਇਹੀ ਉਹ ਵਿਸ਼ਾਲ ਦਰਖਤ ਦੇ ਥੱਲੇ ਚਰਨ ਧੂੜ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਪਾਤਸ਼ਾਹ ਜੀ ਦਾ ਵਾਰ ਦੱਸਦੇ ਨੇ ਵੀ ਇਸ ਸਥਾਨ ਦੇ ਉੱਤੇ ਜਿਹੜਾ ਮਿਲਿਆ ਹੋਇਆ ਹੈ ਚਰਨ ਧੂੜ, ਇਸ ਨੂੰ ਕਿਹਾ ਜਾਂਦਾ ਹੈ, ਇਸ ਮਿੱਟੀ ਨੂੰ, ਰਾਖ ਨੂੰ। ਤਾਂ ਇਸ ਰਾਖ ਨੂੰ ਜਿਹੜਾ ਹੈ ਉਹ ਸੰਗਤ ਆਪਣੇ ਸਰੀਰ ਦੇ ਉੱਤੇ ਮਲਦੀ ਹੈ, ਆਪਣੇ ਅੰਗਾਂ ਦੇ ਉੱਤੇ ਮਲਦੀ ਹੈ, ਤਾਂ ਜੋ ਉਸ ਦੀਆਂ ਦਰਦਾਂ ਜਾਂ ਦੁੱਖ ਤਕਲੀਫ ਜਿਹੜੇ ਨੇ ਉਹ ਖਤਮ ਹੋ ਸਕਣ। ਤਾਂ ਸੰਗਤ ਦੇ ਨਾਲ ਵੀ ਗੱਲਬਾਤ ਕੀਤੀ ਹੈ। ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਸਾਹਿਬ ਇੱਕ ਵਾਰ ਫਿਰ ਸਾਡੇ ਨਾਲ ਜੁੜੇ ਨੇ। ਬਾਬਾ ਜੀ, ਸੰਗਤ ਨੂੰ ਕੋਈ ਸੁਨੇਹਾ ਇਸ ਅਸਥਾਨ ਤੋਂ ਭੇਜਣਾ ਚਾਹੁੰਦੇ ਹੋ, ਦੇਣਾ ਚਾਹੁੰਦੇ ਹੋ? ਜੀ ਹਾਂ, ਸੰਗਤ ਦੇ ਪ੍ਰਤੀ ਬੇਨਤੀ ਹੈ ਕਿ ਜੋ ਵੀ ਪ੍ਰਬੰਧਕ ਕਮੇਟੀ ਵੱਲੋਂ ਜੋ ਨਿਯਮ ਹਨ, ਬਸ ਉਹਨਾਂ ਦੀ ਪਾਲਣਾ ਕੀਤੀ ਜਾਵੇ, ਕਮੇਟੀ ਨੂੰ ਸਹਿਯੋਗ ਦਿੱਤਾ ਜਾਵੇ। ਇਹ ਜੋ ਹੈ ਸ਼ਰਧਾ ਪੂਰਵਕ, ਸ਼ਰਧਾ ਦੀ ਜਿੱਤ ਹੈ। ਸ਼ਰਧਾ ਭਾਵਨਾ ਦੇ ਨਾਲ ਇੱਥੇ ਜੋ ਵੀ ਨਤਮਸਤਕ ਹੋਵੇਗਾ, ਉਹਨਾਂ ਦੀ ਭਾਵਨਾ ਨੂੰ ਫਲ ਲੱਗਦੇ ਹਨ। ਤੋ ਇੱਥੇ ਜੋ ਹੈ ਕੋਈ ਵੀ ਜੋ ਗੁਰਮਤਿ ਅਨੁਸਾਰ ਵੀ ਜੋ ਕਾਰ ਹੁੰਦੇ ਹਨ ਪ੍ਰਬੰਧ, ਇਸ ਕਰਕੇ ਸੰਗਤ ਨੂੰ ਬੇਨਤੀ ਹੈ ਕਿ ਨਤਮਸਤਕ ਆ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਜੋ ਵੀ ਇੱਥੇ ਪ੍ਰਬੰਧਕਾਂ ਨੂੰ ਸਹਿਯੋਗ ਦਿੱਤਾ ਜਾਵੇ ਅਤੇ ਸਾਰੇ ਜੋ ਵੀ ਹੈ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨੌਜਵਾਨ ਵੀ ਸਾਡੇ ਨਾਲ ਨੇ। ਅੱਜ ਸਾਇੰਸ ਦਾ ਯੁੱਗ ਹੈ, ਇੱਕ ਪਾਸੇ ਸ਼ਰਧਾ, ਇੱਕ ਪਾਸੇ ਸਾਇੰਸ ਦਾ ਯੁੱਗ ਹੈ। ਬੜੇ ਮਨ ਦੇ ਵਿੱਚ ਤੁਸੀਂ ਵੀ ਅਰਦਾਸ ਬੇਨਤੀਆਂ ਇੱਥੇ ਲੈ ਕੇ ਆਏ ਹੋ। ਹੋਰ ਵੀ ਕਿੰਨੀ ਦੇਰ ਤੋਂ ਇਸ ਸਥਾਨ ਦੇ ਨਾਲ ਜੁੜੇ ਹੋ? ਮੈਂ ਅਮਰੀਕਾ ਤੋਂ ਆਇਆ, ਆਪਣੇ ਮਮ ਨਾਲ ਲੈ ਕੇ ਆਇਆ। ਮਮ ਅੱਗੇ ਵੀ ਹੁੰਦੇ ਇੱਥੇ ਤੇ ਬਟ ਮੈਂ ਥੋੜਾ ਜਿਹਾ ਕਨਫਿਊਜ਼ ਆ ਕਿ ਆਪਣੇ ਗੁਰੂ ਘਰ ਦੇ ਵਿੱਚ ਇਦਾਂ ਦਾ ਕੁਝ ਲਿਖਿਆ ਨਹੀਂ ਹੈਗਾ ਵੀ ਇਦਾਂ ਦੇ ਆਪਾਂ ਕਰਨਾ ਆ। ਮੈਂ ਉਹ ਕਨਫਿਊਜ਼ ਆ, ਮੈਂ ਤਾਂ ਪੁੱਛਦਾ ਪਿਆ। ਉਹ ਜਿਹੜਾ ਇਤਿਹਾਸ ਲਿਖਿਆ ਉਹਦੇ 'ਚ ਮੈਨੂੰ ਇਦਾਂ ਲੱਗਾ ਨਹੀਂ ਕਿ ਉਹਨਾਂ ਨੇ ਕਿਹਾ ਕਿ ਆਪਾਂ ਵੇਦਾਂ ਨੂੰ ਮੰਨਣਾ ਆ, ਨਾ ਹੀ ਤੇ ਗੁਰੂ ਅਰਜਨ ਦੇਵ ਜੀ ਕਹਿ ਕੇ ਗਏ ਹੋਣੇ ਆ, ਹੈਨਾ। ਉਹ ਮੇਰੇ ਮਨ 'ਚ ਥੋੜਾ ਜਿਹਾ ਇਹ ਚੀਜ਼ ਦਾ ਡਾਊਟ ਹੈਗਾ ਵੀ ਉਹ ਚੀਜ਼ ਉੱਦਾਂ ਹੀ ਨਹੀਂ ਬਣਾਈ ਜਾਂਦੇ ਇੱਥੇ, ਲਾਈਕ ਗੁਰੂ ਘਰਾਂ 'ਚ। ਕਿਉਂਕਿ ਗੁਰੂ ਗ੍ਰੰਥ ਸਾਹਿਬ ਨੇ ਆਪਾਂ ਨੂੰ ਕਿਹਾ ਵੀ ਗੁਰਬਾਣੀ ਪੜ੍ਹ ਕੇ ਸਾਰਾ ਕੰਮ ਹੋਣਾ, ਉਹ ਤੋਂ ਬਿਨਾਂ ਕੁਝ ਨਹੀਂ ਹੈਗਾ। ਮਾਤਾ ਜੀ ਨੂੰ ਕਿਵੇਂ ਲਿਆਉਣ ਦਾ ਵਿਚਾਰ ਬਣਿਆ ਫਿਰ? ਇਹ ਆਉਂਦੇ ਇੱਥੇ, ਮੈਂ ਉਹਨਾਂ ਨਾਲ ਆਇਆ ਇੱਥੇ। ਕਿੱਥੇ ਨੇ ਤੁਹਾਡੇ ਮਾਤਾ ਜੀ? ਮੈਂ ਚਾਹੂੰਗਾ ਉਹਨਾਂ ਨਾਲ ਵੀ ਜੇ ਸਾਡੀ ਗੱਲਬਾਤ ਹੋ ਸਕਦੀ ਤਾਂ। ਮਾਤਾ ਜੀ ਕੀ ਨਾਂ ਜੀ, ਕਿੱਥੋਂ ਆਏ ਹੋ ਤੁਸੀਂ? ਜਸਵਿੰਦਰ ਕੌਰ, ਕਪੂਰਥਲੇ ਨਵਾਂ ਪਿੰਡ। ਅਮਰੀਕਾ ਤੋਂ ਆਏ ਹੋ ਵੈਸੇ? ਇਹ ਬੇਟਾ ਆ ਸਾਡਾ ਹੀ ਉਦਾਂ ਗਏ ਸੀ, ਘੁੰਮਣ ਫਿਰਨ ਆ ਗਏ ਸੀ। ਅੱਛਾ, ਮੈਨੂੰ ਦੱਸਿਓ ਇੱਥੇ ਜਦੋਂ ਦੇ ਤੁਸੀਂ ਕਿੰਨੇ ਕੁ ਸਾਲ ਹੋ ਗਏ ਇਸ ਅਸਥਾਨ ਨਾਲ ਜੁੜਿਆ? ਇਹਨਾਂ ਨੂੰ ਸਾਨੂੰ ਤਾਂ ਕੋਈ 15-20 ਸਾਲ ਹੋ ਗਏ ਉੱਦਾਂ ਜੁੜਿਆ ਨੂੰ। ਅੱਛਾ ਜੀ। ਮੇਰੇ ਲੱਤ 'ਚ ਬਹੁਤ ਦਰਦ ਪੈਂਦਾ ਸੀ, ਸਾਨੂੰ ਪਤਾ ਨਹੀਂ ਸੀ ਲੱਗਦਾ, ਪਹਿਲਾਂ ਪਤਾ ਹੀ ਨਹੀਂ ਸੀ। ਅੱਛਾ ਜੀ। ਤੇ ਅਸੀਂ
ਬਹੁਤ ਡਾਕਟਰਾਂ ਦੇ ਇਲਾਜ ਕਰਾ ਹੰਬ ਗਿਆ ਸੀ ਤੇ ਫਿਰ ਸਾਨੂੰ ਪਿੰਡ ਦੀ ਨਾ ਜਿੱਦਾਂ ਜਨਾਨੀ ਕੋਈ ਵੇਖਣ ਆਈ ਮੈਨੂੰ ਉਹਨਾਂ ਦੱਸਿਆ ਤੁਸੀਂ ਮਾਲੜੀ ਸਾਹਿਬ ਦੀ ਰਾਖ ਲੈ ਲਓ ਤੇ ਚੌਂਕੀ ਭਰੋ। ਉੱਥੇ ਪਹਿਲੀ ਚੌਂਕੀ ਅਸੀਂ ਇੱਥੇ ਉਹ ਘਰੇ ਭਰੀ, ਮੈਨੂੰ ਫਰਕ ਪੈ ਗਿਆ, ਫਿਰ ਅਸੀਂ ਉਦੋਂ ਦੇ ਜੁੜੇ ਹੈ। ਹੁਣ ਠੀਕ ਹੋ, ਤੰਦਰੁਸਤ ਹੋ ਹੁਣ? ਹਾਂ ਤੰਦਰੁਸਤ। ਤੁਹਾਡੇ ਬੇਟੇ ਨਾਲ ਗੱਲਬਾਤ ਕੀਤੀ, ਕਹਿੰਦੇ ਮੈਨੂੰ ਥੋੜਾ ਜਿਹਾ ਡਾਊਟ ਹੈ, ਮੇਰੇ ਮਨ ਦੇ ਵਿੱਚ ਕੁਝ ਸ਼ੰਕਾਵਾਂ ਨੇ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਇਦਾਂ ਦਾ ਕੁਝ ਨਹੀਂ ਹੈਗਾ ਜਾਂ ਇਦਾਂ ਦਾ ਮੈਸੇਜ ਨਹੀਂ ਦਿੱਤਾ ਜਾਂਦਾ, ਪਰ ਤੁਸੀਂ ਪ੍ਰਤੱਖ ਹੋ, ਇਸ ਅਜਮਾਇਆ ਹੈ ਇਸ ਸਥਾਨ ਨੂੰ? ਇਹ ਛੋਟਾ ਸੀ ਜਦੋਂ ਮੈਨੂੰ ਆਈ ਸੀ ਮੁਸੀਬਤ। ਹਾਂ ਇਹਨੂੰ ਨਹੀਂ ਉਦੋਂ ਦਾ ਪਤਾ, ਛੋਟਾ ਸੀ। ਇਹ ਬਾਹਰ ਜਿਹੜਾ ਥੋੜਾ ਬੱਚੇ ਨਾਸਤਕ ਹੋ ਜਾਂਦੇ, ਫਰਕ ਪੈ ਜਾਂਦਾ ਹਨ। ਤਾਂ ਸ਼ਰਧਾ ਮਨ ਦੇ ਵਿੱਚ ਹਾਂਜੀ ਪੂਰੀ ਖੁਸ਼ੀਆਂ ਔਰ ਦੁੱਖਾਂ ਤਕਲੀਫਾਂ ਤੋਂ ਨਾਸ ਹੋਇਆ ਤੇ ਮਾਲਕ। ਹਾਂਜੀ ਇਹ ਪ੍ਰਮਾਤਮਾ ਕਰਨ ਵਾਲਾ ਸਭ ਕੁਝ ਇੱਥੇ ਸਭ ਬਹੁਤ ਤਾਂ ਬਿਲਕੁਲ ਸੰਗਤ ਅਮਰੀਕਾ ਤੱਕ ਤੋਂ ਵੀ ਇੱਥੇ ਦਰਸ਼ਨਾਂ ਦੇ ਲਈ ਆਉਂਦੀ ਹੈ ਔਰ ਇਸ ਰਾਖ ਨੂੰ ਨਾਲ ਲੈ ਕੇ ਵੀ ਜਾਂਦੀ ਹੈ ਔਰ ਰਾਖ ਨੂੰ ਆਪਣੇ ਸਰੀਰ ਦੇ ਅੰਗਾਂ ਦੇ ਉੱਤੇ ਮਲਦੀ ਹੈ ਤਾਂ ਜੋ ਉਹਨਾਂ ਦੇ ਦੁੱਖਾਂ ਤੇ ਤਕਲੀਫਾਂ ਦਾ ਨਾਸ ਹੋ ਸਕੇ। ਹਾਲਾਂਕਿ ਬਹੁਤ ਸਾਰੇ ਲੋਕ ਇਸ ਚੀਜ਼ ਨੂੰ ਲੈ ਕੇ ਸਵਾਲ ਵੀ ਖੜੇ ਕਰਦੇ ਨੇ, ਪਰ ਗੱਲ ਸਿਰਫ ਆ ਕੇ ਸ਼ਰਧਾ ਦੇ ਉੱਤੇ ਮੁੱਕਦੀ ਹੈ ਔਰ ਸ਼ਰਧਾ ਹੈ ਲੋਕਾਂ ਦੇ ਵਿੱਚ ਇੱਥੇ। ਅਸੀਂ ਫਿਰ ਇੱਕ ਵਾਰ ਅਪੀਲ ਕਰਦੇ ਹਾਂ ਕਿ ਅਸੀਂ ਕਿਸੇ ਵੀ ਵਹਿਮ ਜਾਂ ਭਰਮ ਨੂੰ ਫੈਲਾਉਣ ਦਾ ਯਤਨ ਨਹੀਂ ਕਰ ਰਹੇ ਹਾਂ। ਆਸਥਾ ਦੀ ਗੱਲ ਹੈ ਔਰ ਅਸਥਾਨ ਦੀ ਜੋ ਮਾਨਤਾ ਇੱਥੋਂ ਦੇ ਗ੍ਰੰਥੀ ਸਾਹਿਬ ਦੇ ਵੱਲੋਂ ਦੱਸੀ ਗਈ ਹੈ, ਜੋ ਸੰਗਤ ਇੱਥੇ ਆ ਕੇ ਮੰਨਦੀ ਹੈ, ਸਿਰਫ ਉਹਨਾਂ ਦਾ ਸੁਨੇਹਾ ਤੁਹਾਡੇ ਤੱਕ ਪਹੁੰਚਾਉਣ ਦਾ ਯਤਨ ਕੀਤਾ ਹੈ, ਤੁਹਾਨੂੰ ਦਿਖਾਉਣ ਦਾ ਯਤਨ ਕੀਤਾ ਹੈ। ਤੁਹਾਨੂੰ ਸਾਡੀ ਇਹ ਰਿਪੋਰਟ ਕਿੱਦਾਂ ਦੀ ਲੱਗੀ, ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ, ਆਪਣੀ ਰਾਏ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਜੇਕਰ ਕੋਈ ਵੀ ਖਬਰ ਤੁਸੀਂ ਹਮਦਰਦ ਮੀਡੀਆ ਗਰੁੱਪ ਦੇ ਰਾਹੀਂ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ 9872 83334 ਦੇ ਉੱਤੇ ਕੰਟੈਕਟ ਕਰ ਸਕਦੇ ਹੋ। ਫਿਲਹਾਲ ਕੈਮਰਾਮੈਨ ਵਰਿੰਦਰ ਮਹਿਰਾ ਨਾਲ ਸੁਖਵਿੰਦਰ ਸਿੰਘ, ਹਮਦਰਦ ਟੀਵੀ, ਪਿੰਡ ਮਾਲੜੀ।